सत श्री अकाल, नमस्ते, आदाब दोस्तों। मैं तुहाडा अपना पावेल अगस्टस। सो बहुत बहुत स्वागत करदा मैं तुहाडा, बहुत बहुत जी आਇਆਂ ਨੂੰ कहना ਤੁਹਾਨੂੰ ਤੁਹਾਡੇ ਆਪਣੇ चैनल परचम पंजाब न्यूज़ ਦੇ ਵਿੱਚ। दर्शकों, ਅੱਜ ਅਸੀਂ ਹਾਜ਼ਰ ਹਾਂ ਪਿੰਡ ਢਿਲਵਾਂ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਗੁਰਦੁਆਰਾ ਪੱਤੀ ਰਾਮੂ ਕੀ, ਜਿੱਥੇ ਕਿ ਧੰਨ ਧੰਨ ਸੰਤ ਬਾਬਾ ਪ੍ਰਤਾਪ ਸਿੰਘ ਜੀ ਦੀ ਸਾਲਾਨਾ ਬਰਸੀ ਮਨਾਈ ਜਾ ਰਹੀ है। और ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਇੱਥੇ ਅੱਜ ਗੁਰੂ ਘਰ ਦੇ ਕੀਰਤਨੀ ਜਿੱਥੇ ਅੱਜ ਆਪਣੀ ਹਾਜ਼ਰੀ ਭਰਨਗੇ ਔਰ ਔਰ ਸੰਤ ਬਾਬਾ ਪ੍ਰਤਾਪ ਸਿੰਘ ਜੀ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਦੀ ਉਸਤਤ ਦੇ ਵਿੱਚ ਉਹਨਾਂ ਦਾ ਗੁਣਗਾਨ ਕੀਤਾ ਜਾਵੇਗਾ। ਔਰ ਆਓ ਆਪਾਂ ਅੰਦਰ ਚੱਲਦੇ ਹਾਂ ਜੀ। ਔਰ ਜੋ ਅੱਜ ਇੱਥੇ ਸਮਾਗਮ ਕਰਵਾਇਆ ਜਾ ਰਿਹਾ ਜੋ ਕਿ ਸੰਤ ਬਾਬਾ ਪ੍ਰਤਾਪ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅੱਜ ਸਾਲਾਨਾ ਬਰਸੀ ਮਨਾਈ ਜਾ ਰਹੀ ਆ। ਆਓ ਅੰਦਰ ਚੱਲਦੇ ਹਾਂ ਤੇ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੁੜਦੇ ਹਾਂ ਜੀ ਤੇ ਕੀਰਤਨ ਦਾ ਆਨੰਦ ਮਾਣਦੇ ਹਾਂ।
ਗੁਰੂ ਨਾਨਕ ਲਿਖਿਆਏ ਸ੍ਰੀ ਅੰਮ੍ਰਿਤ ਦੇ ਅਮਰਦਾਸ ਰਾਮਦਾਸ ਸਾਹਿਬ ਧਾਏ ਅਰਜਨ ਮਹਾਰਾਏ श्री हरकृष्ण जय जय विजय सब जाए एक बहादुर सिंह जय का नाम लिया साहिब सब गाए दसवें पातशाह श्री गुरु गोबिंद सिंह जी महाराज साहिब पातशाह की जाग टाल धन धन साहिब श्री गुरु ग्रंथ साहिब जी के पाठ दर्शन दीदार का नाम करके बोलो जी आप जी के साजन मन मन प्यारे जान जाने जान श्याम अर्थान नाम श्याम वाणी सत्या जिस की जान का विनाश ही संग काम का मां मुझी की कुमारी का नाम करके सर्वंत गुरुद्वारा का नाम करके कलामानी वामात परमात्मा दे रखिया वाही को आज को संत जावे बिन माड़े दे माड़ गिरी मार पात पंजाब दी गुरु दुआ काल कांतान साहिब श्री गुरु ग्रंथ साहिब जी महाराज महाराज आप जी दे पावन गुरकर जन कमला विषय को दास मदी दास किया आप जी दे धर्म गुरु का ये संत मामला सत बाबा प्रताप सिंह जी जिन्हां दी बरसी नूं मनाउंदे होए संतां वल्लों पटन वाले रूप तो महान जप जप प्राणायाम नाम देवी का तैन जी वाहिगुरू जी का खालसा वाहिगुरू जी की फतेह जी गुरदियाल जी जो अज पिंड ढिलवां पत्ती रामूकी दे विच संत बाबा प्रताप सिंह जी की सालाना बरसी मनाई जा रही है ਉਹਦੇ ਬਾਰੇ ਤੁਹਾਡੇ ਅਸੀਂ ਵਿਚਾਰ ਜਾਣਨਾ ਚਾਹੁੰਦੇ ਹਾਂ ਜੀ ਔਰ ਬਾਬਾ ਜੀ ਬਾਰੇ ਥੋੜਾ ਤੁਹਾਨੂੰ ਜਾਣਨਾ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮਹਾਨ ਦਿਨ ਸੰਤ ਬਾਬਾ ਪ੍ਰਤਾਪ ਸਿੰਘ ਜੀ ਮਹਾਨ ਤਪਸਵੀ ਸੇਵਾ ਦੇ ਪੁੰਜ ਵਿਦਿਆ ਦਾਨੀ ਪਰਉਪਕਾਰੀ ਮਹਾਂਪੁਰਖਾਂ ਦਾ ਸਾਲਾਨਾ ਦਿਨ ਦਿਹਾੜਾ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਉਹਨਾਂ ਦੇ ਤਪ ਸਥਾਨ ਗੁਰਦੁਆਰਾ ਪੱਤੀ ਰਾਮੂਕੀ ਵਿਖੇ ਬੜੀ ਭਾਵਨਾ ਦੇ ਨਾਲ ਮਨਾਇਆ ਗਿਆ ਔਰ ਸਮੁੱਚੀ ਸੰਗਤ ਨੇ ਆਪਣੀਆਂ ਸੇਵਾਵਾਂ ਦਿੱਤੀਆਂ। NRI ਭਰਾਵਾਂ ਨੇ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਵੀਰਾਂ ਨੇ ਸਾਰਿਆਂ ਨੇ ਇਸ ਵਿੱਚ ਬਹੁਤ ਵਡਮੁੱਲਾ ਯੋਗਦਾਨ ਪਾਇਆ ਔਰ ਸਮਾਪਤੀ ਹੋ ਕੇ ਹਟੀ ਹੈ ਔਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਹੋਇਆ ਜਿੱਥੇ ਬਹੁਤ ਚੰਗੇ ਢਾਡੀ ਜਥੇ ਕਵੀਸ਼ਰੀ ਜਥੇ ਮਹਾਂਪੁਰਖ ਸੰਤ ਸਮਾਜ ਦੂਰ ਦਰਾਡੇ ਤੋਂ ਸੰਗਤਾਂ ਚੱਲ ਕੇ ਆਈਆਂ ਔਰ ਗੁਰਮਤਿ ਦਾ ਪ੍ਰਚਾਰ ਕੀਤਾ ਗਿਆ ਜੋ ਸਮੇਂ ਦੀ ਮੁੱਖ ਲੋੜ ਹੈ। ਬਾਬਾ ਜੀ ਬਾਰੇ ਥੋੜਾ ਤੁਹਾਨੂੰ ਜਾਣਨਾ ਚਾਹੁੰਦੇ ਹਾਂ ਜੀ ਉਹਨਾਂ ਦੀ ਜੀਵਨੀ ਬਾਰੇ ਉਹਨਾਂ ਦਾ ਜੋ ਢਿਲਵਾਂ ਵਾਸੀਆਂ ਲਈ ਜੋ ਉਹਨਾਂ ਦੀ ਦੇਣ ਰਹੀ। ਸੰਤ ਬਾਬਾ ਪ੍ਰਤਾਪ ਸਿੰਘ ਜੀ ਲਗਭਗ 45 ਕੁ ਸਾਲ ਇਸ ਨਗਰ ਢਿਲਵਾਂ ਵਿੱਚ ਰਹੇ। ਉਹਨਾਂ ਦਾ ਪਿੰਡ ਮਾਂਗੇਵਾਲ ਸੀ, ਬਿਲਕੁਲ ਢਿਲਵਾਂ ਦੇ ਨੇੜੇ ਪਿੰਡ ਮਾਂਗੇਵਾਲ ਔਰ ਉਹਨਾਂ ਨੇ ਪਹਿਲਾਂ ਆਰਮੀ ਦੇ ਵਿੱਚ ਸਰਵਿਸ ਕੀਤੀ, ਗ੍ਰਿਸ਼ਤੀ ਵੀ ਹੋਏ ਪਰ ਕੁਦਰਤ ਦਾ ਕੋਈ ਭਾਣਾ ਵਰਤ ਗਿਆ। ਉਹਨਾਂ ਦੇ ਵਾਈਫ ਉਹ ਵੀ ਪੂਰੇ ਹੋ ਗਏ, ਇੱਕ ਲੜਕਾ ਇੱਕ ਲੜਕੀ ਸੀ ਉਹ ਵੀ ਪੂਰੇ ਹੋ ਗਏ ਔਰ ਉਹ ਸੰਤ ਮਤ ਨੂੰ ਸਮਰਪਿਤ ਹੋ ਗਏ ਔਰ ਨਿਰਮਲੇ ਮਹਾਂਪੁਰਖਾਂ ਦੇ ਵਿੱਚ ਉਹਨਾਂ ਨੇ ਨਿਵੇਸ਼ ਕੀਤਾ ਅਤੇ ਔਰ ਆਪਣੀ ਜ਼ਿੰਦਗੀ ਦਾ ਉਹਨਾਂ ਨੇ ਪਲ ਪਲ ਜਿਹੜਾ ਉਹ ਲਾ ਦਿੱਤਾ ਔਰ ਆਰਮੀ ਦੀ ਸਰਵਿਸ ਉਹ ਛੱਡ ਕੇ ਅਤੇ ਫਿਰ ਮਹਾਂਪੁਰਖ ਬਣ ਗਏ। ਬੜੇ ਵੱਡੇ ਪ੍ਰਚਾਰਕ ਸੀ ਔਰ ਇਕੱਲੇ ਖੰਡ ਜਾਪ ਕਰ ਜਾਂਦੇ ਸੀ। ਸਰੀਰ ਬੜਾ ਨਰੋਆ ਸੀ ਔਰ ਨਗਰ ਢਿਲਵਾਂ ਦੇ ਵਿੱਚ ਉਹਨਾਂ ਨੇ ਸੇਵਾਵਾਂ ਜਿੱਥੇ ਮਨੁੱਖਤਾ ਨੂੰ ਦਿੱਤੀਆਂ ਉੱਥੇ ਪਸ਼ੂ ਪੰਛੀਆਂ ਨੂੰ ਵੀ ਆਪਣੀਆਂ ਸੇਵਾਵਾਂ ਦਿੱਤੀਆਂ, ਜਿਵੇਂ ਕਿ ਜਾਨਵਰਾਂ ਵਾਸਤੇ ਡੰਗਰਾਂ ਵਾਸਤੇ ਪਾਣੀ ਦੀਆਂ ਹਲਟੀਆਂ ਉਸ ਸਮੇਂ ਬਣਾਉਣੀਆਂ ਸਮੇਂ ਦੀ ਮੁੱਖ ਲੋੜ ਸੀ, ਰਸਤੇ ਬਣਾਉਣੇ, ਹਸਪਤਾਲਾਂ ਦੇ ਵਿੱਚ ਉਹਨਾਂ ਦੀ ਨਵੀਨ ਉਸਾਰੀ ਕਰਾਉਣੀ ਔਰ ਇਸੇ ਤਰ੍ਹਾਂ ਸਕੂਲ ਦੇ ਵਿੱਚ ਔਰ ਤਮਾਮ ਸੰਤ ਬਾਬਾ ਪ੍ਰਤਾਪ ਸਿੰਘ ਜੀ ਹਰਫਨ ਮੌਲਾ ਸਨ। ਉਹ ਹਰ ਬਹੁਪੱਖੀ ਸ਼ਖਸੀਅਤ ਦੇ ਮਾਲਕ ਸੀ ਔਰ ਉਹਨਾਂ ਨੇ ਹਰ ਥਾਂ ਦੇ ਉੱਤੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਬੜੀ ਬਾਖੂਬੀ ਦੇ ਨਾਲ ਪੇਸ਼ ਕੀਤੀਆਂ। ਕਿਸਾਨਾਂ ਨੂੰ ਜਿੱਤ ਪ੍ਰਾਪਤ ਹੋਈ ਔਰ ਮੋਦੀ ਸਰਕਾਰ ਨੂੰ ਆਖਿਰ ਝੁਕਣਾ ਪਿਆ ਕਿਉਂਕਿ ਸਾਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਤੇ ਬਹੁਤ ਵਡਮੁੱਲਾ ਇੱਕ ਤੋਹਫਾ ਮਿਲਿਆ ਹੈ। ਕੀ ਮਹਿਸੂਸ ਕਰਦੇ ਇਹਦੇ ਬਾਰੇ? ਵੇਖੋ ਇਹ ਤਾਂ ਬੜਾ ਵੱਡਾ ਇੱਕ ਸੰਘਰਸ਼ ਸੀ, ਇਕੱਲਾ ਕਿਸਾਨਾਂ ਦਾ ਨਹੀਂ, ਇਹ ਸਮੁੱਚੀ ਮਨੁੱਖਤਾ ਦਾ ਇੱਕ ਸੰਘਰਸ਼ ਸੀ ਕਿਉਂਕਿ ਅੰਨਦਾਤਾ ਬੜਾ ਰੋੜ ਰਿਹਾ ਸੀ। ਲਗਭਗ 1.5 ਸਾਲ ਤੋਂ ਇਹ ਮੋਰਚਾ ਲੱਗਾ ਸੀ ਪਰ ਇਸ ਮੋਰਚੇ ਦੀ ਵੱਡੀ ਗੱਲ ਇਹ ਹੈ ਕਿ ਬੜਾ ਸ਼ਾਂਤਮਈ ਇਹ ਸਾਰਾ ਹੀ ਪ੍ਰੋਟੈਸਟ ਹੋਇਆ ਅਤੇ ਜਿਹਦੇ ਵਿੱਚ 600-700 ਬੰਦਾ ਜਾਨਾਂ ਵੀ ਆਪਣੀਆਂ ਗਵਾ ਬੈਠਾ, ਸ਼ਹੀਦ ਹੋ ਗਏ ਸਾਡੇ। ਔਰ ਫਿਰ ਵੀ ਮੈਂ ਕਹਿੰਦਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਕਿਤੇ ਨਾ ਕਿਤੇ ਜਾ ਕੇ ਭਾਵੇਂ ਅਸੀਂ ਭੀਖ ਨਹੀਂ ਮੰਗੀ ਔਰ ਸਾਡਾ ਇਹ ਹੱਕ ਸੀ ਔਰ ਅਸੀਂ ਨਹੀਂ ਸੀ ਚਾਹੁੰਦੇ ਇਹ ਤਿੰਨੇ ਜਿਹੜੇ ਕਾਨੂੰਨ ਨੇ ਲਾਗੂ ਕੀਤੇ ਹੈ ਅਤੇ ਬਿਨਾਂ ਵਜ੍ਹਾ ਦੇਸ਼ ਦੇ ਪ੍ਰਧਾਨ ਮੰਤਰੀ ਨੇ
ਭਾਜਪਾ ਸਰਕਾਰ ਨੇ ਇਹ ਕਿਸਾਨਾਂ 'ਤੇ ਥੋਪਿਆ ਸੀ, ਪਰ ਫਿਰ ਵੀ ਉਹ ਇਹਨੂੰ ਰੱਦ ਕਰਨ ਵਾਸਤੇ ਰਾਜੀ ਹੋ ਗਿਆ। ਬਹੁਤ ਚੰਗੀ ਗੱਲ, ਦੇਰ ਆਏ ਦਰੁਸਤ ਆਏ। ਫਿਰ ਵੀ ਉਹਨੇ ਚੰਗੀ ਗੱਲ ਕੀਤੀ ਹੈ, ਕਰਤਾਰਪੁਰ ਦਾ ਲਾਂਘਾ ਖੋਲ੍ਹਣਾ। ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਅਸਲ ਦੇ ਵਿੱਚ ਬਾਬੇ ਨਾਨਕ ਨੇ ਉਹਦੀ ਬਾਂਹ ਮਰੋੜ ਦਿੱਤੀ ਵੀ ਇੱਧਰ ਆ, ਤੇਰੇ ਵਰਗੇ ਇਸ ਦਿੱਲੀ ਦੇ ਵਿੱਚ ਬੜੇ ਬਾਦਸ਼ਾਹ ਆਏ, ਕਈ ਰਾਜੇ ਹੋ ਗੁਜਰੇ, ਉੱਥੇ ਰਹੀ ਦਿੱਲੀ। ਰਫਤਾਰ ਜ਼ਮਾਨੇ ਦੀ ਕਰਿਆ ਤੇਜ਼ ਨਾ ਹੋਵੇ ਢਿੱਲੀ। ਔਰ ਇਸ ਦਿੱਲੀ ਦੇ ਵਿੱਚ ਬੜੇ ਬੜੇ ਬਾਦਸ਼ਾਹ ਆਏ ਔਰ ਆ ਕੇ ਚਲੇ ਗਏ, ਤਖਤ ਉੱਥੇ ਦਾ ਉੱਥੇ ਹੈ। ਸੋ ਗੁਰੂ ਨਾਨਕ ਨੇ ਮੈਂ ਸਮਝਦਾ ਵੀ ਕਿਰਪਾ ਕਰ ਦਿੱਤੀ ਉਹਦੇ ਉੱਤੇ, ਵੀ ਉਹਦੀ ਮੱਤ ਜਿਹੜੀ ਹੈ ਉਹ ਟਿਕਾਣੇ 'ਤੇ ਆ ਗਈ ਅਤੇ ਉਹਨੇ ਆਪਣੀ ਗਲਤੀ ਜਿਹੜੀ ਹੈ ਮਹਿਸੂਸ ਕਰ ਲਈ ਹੈ। ਸੋ ਫਿਰ ਵੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਸਤਿਕਾਰਯੋਗ ਹੈ। ਫਿਰ ਵੀ ਉਹ ਕਿਤੇ ਨਾ ਕਿਤੇ ਜਾ ਕੇ ਉਹ ਫੈਸਲਾ ਸਹੀ ਲੈ ਗਿਆ। ਸੋ ਅਸੀਂ ਸਾਰੇ ਧੰਨਵਾਦ ਕਰਦੇ ਹਾਂ, ਸਾਰੀ ਮਨੁੱਖਤਾ ਧੰਨਵਾਦ ਕਰਦੀ ਹੈ। ਇਹੋ ਜਿਹਾ ਜਿਹੜਾ ਮੋਰਚਾ ਚੱਲਿਆ, ਸ਼ਾਇਦ ਪਹਿਲਾਂ ਇਹੋ ਜਿਹਾ ਮੋਰਚਾ ਕਦੇ ਨਹੀਂ ਸੀ ਲੱਗਿਆ। ਮੋਰਚੇ ਧਰਮ ਯੁੱਧ ਮੋਰਚਾ ਵੀ ਲੱਗਿਆ, ਉਹ ਸਰਕਾਰ ਨੇ ਫੇਲ ਕੀਤਾ, ਪਰ ਇਹ ਮੋਰਚਾ ਜਿਹੜਾ ਸਫਲ ਹੋਇਆ ਔਰ ਸਾਨੂੰ ਬੜੀ ਖੁਸ਼ੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ ਪ੍ਰਕਾਸ਼ ਦਿਹਾੜੇ ਦੀ ਸੰਗਤਾਂ ਨੂੰ ਵਧਾਈ ਹੈ। ਉੱਥੇ ਇਹ ਵੀ ਇੱਕ ਬਹੁਤ ਵੱਡੀ ਵਧਾਈ ਹੈ ਕਿ ਜਿਹੜਾ ਕਿਸਾਨ ਪੰਜਾਬ ਦਾ ਨਹੀਂ ਬਲਕਿ ਸਾਰੇ ਦੇਸ਼ ਦਾ ਔਰ ਵਰਲਡ ਨੇ ਆਹ ਦਾ ਨਾਅਰਾ ਮਾਰਿਆ। ਬੜੀਆਂ ਬੜੀਆਂ ਪਾਰਲੀਮੈਂਟ, ਕੈਨੇਡਾ, UK, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਚੰਗੀਆਂ ਸਰਕਾਰਾਂ ਨੇ ਹੱਕ ਦੇ ਵਿੱਚ ਆਹ ਦਾ ਨਾਅਰਾ ਮਾਰਿਆ ਵੀ ਇਹ ਗਲਤ ਹੋ ਰਿਹਾ। ਸੋ ਅਸੀਂ ਮੋਦੀ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਵੀ ਫਿਰ ਵੀ ਇਹ ਕਾਨੂੰਨ ਉਹਨੇ ਰੱਦ ਕਰ ਦਿੱਤੇ ਹੈ ਔਰ ਇਹਦੇ ਉੱਤੇ ਅਮਲ ਹੋਣਾ ਚਾਹੀਦਾ। ਜਿੰਨਾ ਚਿਰ ਅਮਲ ਨਹੀਂ ਹੁੰਦਾ ਉਹਨਾਂ ਚਿਰ ਕਿਸਾਨ ਸਾਡੇ ਜਿਹੜੇ ਆ ਉਹ ਮੋਰਚੇ ਦੇ ਵਿੱਚ ਬੈਠੇ ਰਹਿਣਗੇ, ਡਟੇ ਰਹਿਣਗੇ। ਸੋ ਆਸ ਕੀਤੀ ਜਾਂਦੀ ਹੈ ਕਿ 29 ਤਰੀਕ ਨੂੰ ਸ਼ਾਇਦ ਪਾਰਲੀਮੈਂਟ ਦੇ ਵਿੱਚ ਇਹ ਜਿਹੜੇ ਕਾਨੂੰਨ ਉਹਨੇ ਬਣਾਏ ਸੀ, ਉਹਨੂੰ ਪ੍ਰੋਸੀਜਰ ਹੁੰਦਾ, ਉਹਨੂੰ ਰੱਦ ਕੀਤਾ ਜਾਊਗਾ ਅਤੇ ਫਿਰ ਖੁਸ਼ੀ ਦੇ ਡੰਕੇ ਵਜਾਉਂਦੇ ਹੋਏ ਸਾਡੇ ਕਿਸਾਨ ਵੀਰ ਸਾਰੇ ਉਹ ਪੰਜਾਬ ਆਉਣਗੇ, ਹਰਿਆਣੇ 'ਚ ਜਾਣਗੇ, UP, ਮੱਧ ਪ੍ਰਦੇਸ਼, ਜਿੱਥੋਂ ਆਏ ਹੈ ਉਹ ਵਾਪਸ ਆਪਣੇ ਗ੍ਰਾਂ ਨੂੰ ਜਾਣਗੇ। ਸੋ ਅਸੀਂ ਖੁਸ਼ੀ ਮਹਿਸੂਸ ਕਰਦੇ ਇਸ ਦੀ। ਹਾਂਜੀ ਮਨਰਾਜ ਜੀ, ਜੋ ਅੱਜ ਢਿਲਵਾਂ ਦੇ ਸਮਾਗਮ ਕਰਵਾਇਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਤ ਬਾਬਾ ਪ੍ਰਤਾਪ ਸਿੰਘ ਜੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ ਹੈ, ਜਿਸ ਦੇ ਵਿੱਚ ਕਵੀਸ਼ਰ, ਢਾਡੀ, ਪ੍ਰਚਾਰਕ ਜਿਨ੍ਹਾਂ ਨੇ ਗੁਰਮਤਿ ਦੀ ਸਾਂਝ ਪਾਈ ਹੈ। ਇਹੋ ਜਿਹੇ ਸਮਾਗਮ ਸਾਨੂੰ ਆਪਣੇ ਪਿੰਡਾਂ ਦੇ ਵਿੱਚ ਕਰਵਾਉਣੇ ਚਾਹੀਦੇ ਹਨ, ਜਿਸ ਦੇ ਨਾਲ ਸਾਡੇ ਸੰਗਤਾਂ ਨੂੰ ਗੁਰਮਤਿ ਪ੍ਰਤੀ ਜੋ ਸਾਡੀਆਂ ਰਹਿਤ ਮਰਿਆਦਾਵਾਂ ਹਨ, ਜੋ ਸਾਡੀ ਇਹ ਸਿਧਾਂਤ ਹੈ ਸਿੱਖੀ ਦਾ, ਜੋ ਸੰਤਾਂ ਦਾ ਜੋ ਚਲਾਇਆ ਹੋਇਆ ਮਨੁੱਖਤਾ ਨੂੰ ਸੇਵਾ ਨੂੰ ਸਮਰਪਿਤ ਉਹਨਾਂ ਨੇ ਆਪਣਾ ਜੀਵਨ ਕੀਤਾ ਹੈ। ਸੋ ਇਹੋ ਜਿਹੇ ਸਮਾਗਮਾਂ ਤੋਂ ਸਾਨੂੰ ਇਹੋ ਜਿਹੀ ਸੇਧ ਮਿਲਦੀ ਰਹਿੰਦੀ ਹੈ ਜੀ। ਔਰ ਜੋ ਅੱਜ ਕਿਸਾਨ ਅੰਦੋਲਨ ਆਪਣਾ ਦਿੱਲੀ ਦੇ ਵਿੱਚ ਚੱਲ ਰਿਹਾ ਸੀ, ਅੱਜ ਮੋਦੀ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਜੋ 3 ਖੇਤੀ ਕਾਨੂੰਨ ਸੀਗੇ ਉਹ ਸਰਕਾਰ ਨੇ ਫੈਸਲਾ ਕੀਤਾ ਕਿ ਰੱਦ ਕੀਤੇ ਜਾਣ। ਕਿਉਂਕਿ ਬੜੇ 1 ਸਾਲ 26 ਨਵੰਬਰ ਨੂੰ ਹੋਣ ਜਾ ਰਿਹਾ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠਿਆਂ ਨੂੰ, ਜੋ ਕਿ ਲਗਾਤਾਰ ਜੋ ਕੇਂਦਰ ਦੀ ਸਰਕਾਰ ਦੇ ਵੱਲੋਂ 3 ਕਾਲੇ ਖੇਤੀ ਕਾਨੂੰਨ ਲਿਆਂਦੇ ਗਏ ਸੀ, ਪਰ ਉਹ ਕਿਸਾਨਾਂ ਨੂੰ ਮਨਜ਼ੂਰ ਨਹੀਂ ਸਨ। ਉਸ ਦੇ ਬਾਬਤ ਬਹੁਤ ਵੱਖ-ਵੱਖ ਸਟੇਟਾਂ, ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਕਿਸਾਨਾਂ ਦੇ ਪ੍ਰਤੀ ਹਾਂ ਦਾ ਨਾਅਰਾ ਮਾਰਿਆ ਗਿਆ ਸੀ। ਸੋ ਇਸ ਬਾਬਤ ਨਰਿੰਦਰ ਮੋਦੀ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਇਹ ਐਲਾਨ ਕੀਤਾ ਹੈ ਕਿ ਅਸੀਂ ਇਹ 3 ਕਾਨੂੰਨ ਜਿਹੜੇ ਵਾਪਸ ਲੈਂਦੇ ਹਾਂ। ਕਿਸਾਨਾਂ ਦੇ ਅੱਗੇ ਉਹ ਝੁਕਿਆ ਹੈ। ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਉਸਨੇ ਇਹ ਐਲਾਨ ਕੀਤਾ ਹੈ। ਸੋ ਧੰਨਵਾਦ ਕਰਦੇ ਹਾਂ। ਨਹੀਂ ਤਾਂ 10ਵੇਂ ਪਾਤਸ਼ਾਹ ਦੇ ਗੁਰਪੁਰਬ ਦੇ ਐਲਾਨ ਕਰਦਾ ਅਤੇ 10ਵੇਂ ਪਾਤਸ਼ਾਹ ਦੇ ਸਮਝਾਉਣ ਦਾ ਤਰੀਕਾ ਕੁਝ ਹੋਰ ਹੋਣਾ ਸੀ। ਸੋ ਫਿਰ ਵੀ ਅਸੀਂ ਉਹਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।